ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਕੌਰ ਦੁਆ ਫਿਰ ਆਪ ਜੀ ਦੇ ਨਾਲ ਸਤਸੰਗ ਕਰਨ ਆਏ ਹਾਂ। ਅਸੀਂ ਰਲ ਕੇ ਫਿਰ ਜਪਜੀ ਸਾਹਿਬ ਦੇ ਉੱਤੇ ਗੌਰ ਕਰ ਰਹੇ ਹਾਂ ਅਤੇ ਮਿਲ ਕੇ ਆਪਾਂ ਗੁਰੂ ਦੀ ਗਹਿਰਾਈ ਨੂੰ ਸਮਝ ਰਹੇ ਹਾਂ ਅਤੇ ਅਕਾਲ ਪੁਰਖ ਦੀ ਵਡਿਆਈ ਨੂੰ ਸਮਝ ਰਹੇ ਹਾਂ, ਉਸ ਦੀ ਵਿਚਾਰਾਂ ਕਰ ਰਹੇ ਹਾਂ ਅਤੇ ਸਿਮਰਨ ਕਰ ਰਹੇ ਹਾਂ। ਉਸ ਦੇ ਨਾਲ ਮਿਲ ਕੇ ਉਸ ਨੂੰ ਆਪਣੇ ਮਨ ਵਿੱਚ ਰੱਖ ਕੇ ਆਪਾਂ ਉਸ ਨੂੰ ਸਮਝ ਰਹੇ ਹਾਂ ਅਤੇ ਉਸ ਦੇ ਵਰਗਾ ਬਣ ਰਹੇ ਹਾਂ। ਅਤੇ 16ਵਾਂ ਪੌੜੀ ਨੰਬਰ 16 'ਤੇ ਅਸੀਂ ਆ ਚੁੱਕੇ ਹਾਂ ਅਤੇ ਮਤਲਬ ਇਹ ਬਹੁਤ ਹੀ ਲੌਂਗ ਪੌੜੀ ਹੈ ਥੋੜ੍ਹੀ, ਅਤੇ ਇਸ ਵਾਸਤੇ ਅਸੀਂ ਪਿਛਲੀ ਵਾਰੀ ਕੰਪਲੀਟ ਨਹੀਂ ਕਰ ਪਾਏ। ਅਤੇ ਆਓ ਇੱਕ ਵਾਰੀ ਉਸ ਪੌੜੀ ਨੂੰ ਪੜ੍ਹੀਏ ਰਲ ਕੇ ਅਤੇ ਆਪਣੇ ਆਪ ਨੂੰ ਆਤਮਾ ਸਮਝ ਕੇ ਪਰਮਾਤਮਾ ਦੇ ਨਾਲ ਲਵਲੀਨ ਹੋ ਜਾਈਏ। ਇਸ ਘੜੀ ਦੇ ਵਿੱਚ ਅਸੀਂ ਸਿਮਰਨ ਕਰਦੇ ਹਾਂ ਅਤੇ ਸੁਣਦੇ ਹਾਂ ਵੀ, ਮਤਲਬ ਅਸੀਂ ਸੁਣ ਰਹੇ ਹਾਂ ਅਤੇ ਰੱਬ, ਪਰ ਜੇ ਅਸੀਂ ਰੱਬ ਨੂੰ ਮਿਲ ਕੇ ਉਸ ਦੀ ਸ਼ਕਤੀ ਨਹੀਂ ਲਵਾਂਗੇ ਫਿਰ ਅਸੀਂ ਉਹ ਚੀਜ਼ ਜਿਹੜੀ ਸੁਣਿਆ ਉਹ ਸੁਣਿਆ ਹੀ ਰਹਿ ਜਾਂਦਾ। ਉਸ ਨੂੰ ਮੰਨਣ ਵਿੱਚ ਲਿਆਉਣ ਵਾਸਤੇ ਅਤੇ ਉਸ ਨੂੰ ਸਮਝਣ ਵਾਸਤੇ ਉਸ ਦੀ ਮਤਲਬ ਅਸੀਂ ਉਸ ਨੂੰ ਮਨੇ ਅਤੇ ਪੰਚ ਵਿੱਚ ਆਉਣ ਵਾਸਤੇ ਸਾਨੂੰ ਅਕਾਲ ਪੁਰਖ ਦੀ ਸ਼ਕਤੀ ਚਾਹੀਦੀ ਹੈ। ਅਤੇ ਜਦੋਂ ਅਸੀਂ ਆਪਣੇ ਮਨ ਵਿੱਚ ਜੋਤੀ ਬਿੰਦੂ ਬਣ ਕੇ ਜੋਤੀ ਬਿੰਦੂ ਅਕਾਲ ਪੁਰਖ ਨੂੰ ਕੋਲ ਰੱਖਦੇ ਹਾਂ ਅਤੇ ਆਟੋਮੈਟਿਕਲੀ ਅਕਾਲ ਪੁਰਖ ਦੀ ਸ਼ਕਤੀ ਸਾਡੇ ਵਿੱਚ ਆਉਂਦੀ ਹੈ ਅਤੇ ਉਹ ਸਾਨੂੰ ਸ਼ਕਤੀ ਦਿੰਦੀ ਹੈ ਤਾਂ ਕਿ ਅਸੀਂ ਸੁਣੇ ਮਨੇ ਅਤੇ ਪੰਚ ਵਿੱਚ ਆਈਏ। ਪੌੜੀ ਨੰਬਰ 16 ਨੂੰ ਇੱਕ ਵਾਰੀ ਰਿਵਾਈਜ਼ ਕਰਨੀ ਆ ਕਿ ਅਸੀਂ ਕਿੱਥੇ ਤੱਕ ਪਹੁੰਚ ਗਏ ਹਾਂ। ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਧਰ ਗਏ ਮਾਨ ਪੰਚੇ ਸੋਏ ਧਰ ਰਾਜਾਨ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸ਼ੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਤਵਲੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਤਿਸ ਦੇ ਪਾਰ ਤਲੇ ਕਵਨ ਜੋਰ। ਇੱਥੇ ਤੱਕ ਅਸੀਂ ਕਰ ਚੁੱਕੇ ਸਾਂ। ਸਮਰੀ ਇਸ ਦਾ ਹੈ ਕਿ ਪੰਚ ਉਹ ਨੇ, ਭਾਵੇਂ ਪੰਚ ਹੋ ਕੇ ਵੀ ਅਸੀਂ ਉਸ ਦੀ ਵਡਿਆਈ ਨਹੀਂ ਕਰ ਪਾਵਾਂਗੇ। ਔਰ ਲਾਸਟ ਵਿੱਚ ਗੁਰੂ ਜੀ ਨੇ ਕਲੀਅਰ ਕੀਤੀ ਹੈ ਕਿ ਪੰਜ ਹੀ ਸੱਚਿਆਰ ਹੈ। ਜੇ ਅਸੀਂ ਬੁੱਝਾਂਗੇ, ਅਸੀਂ ਸਮਝਾਂਗੇ ਉਸ ਦੀ ਵਡਿਆਈ ਨੂੰ ਅਤੇ ਫਿਰ ਅਸੀਂ ਉਸ ਪੰਚ ਵਿੱਚ ਆ ਜਾਂਦੇ ਹਾਂ। ਅਤੇ ਅੱਗੋਂ ਇਹ ਪੌੜੀ ਨੂੰ ਰਲ ਕੇ ਪੜ੍ਹਾਂਗੇ। ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਵੋੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੀਆ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਆਓ ਰਲ ਕੇ ਇਸ ਦੀ ਇੰਗਲਿਸ਼ ਟਰਾਂਸਲੇਸ਼ਨ ਵੀ ਸਮਝਦੇ ਹਾਂ। He alone has with his magic pen created beings of all kinds, colors and names available. Those rare few know how to pen down these, and yet even that writer's greatness would still be lacking, therefore unaccountable. ਇੱਥੇ ਗੁਰੂ ਕਹਿੰਦੇ ਨੇ ਜੀ ਜੰਤ ਰੰਗਾ ਕੇ ਨਾਮ, ਮਤਲਬ ਕਿੰਨੇ ਜੀ ਨੇ, ਕਿੰਨੇ ਜੰਤ ਨੇ, ਕਿੰਨੇ ਰੰਗ ਨੇ, ਇਹ ਅਸੀਂ ਮਤਲਬ ਸੀਮਾ ਨਹੀਂ ਪਾ ਸਕਦੇ। ਮਤਲਬ ਉਸ ਦੀ ਵਡਿਆਈ ਹੋ ਰਹੀ ਕਿ ਪੰਚ ਨੂੰ ਸਮਝ ਵੀ ਆ ਜਾਏ ਫਿਰ ਵੀ ਗੁਰੂ ਕਹਿੰਦੇ ਨੇ ਸਭਨਾ ਲਿਖਿਆ ਵੜੀ ਕਲਾਮ, ਅਤੇ ਉਹ ਲਿਖਣ ਦੀ ਕੋਸ਼ਿਸ਼ ਜ਼ਰੂਰ ਕਰਨਗੇ, ਲਿਖਣਾ ਚਾਹਣਗੇ ਐਂਡ ਥੋੜ੍ਹਾ ਲਿਖ ਵੀ ਪਾਉਣਗੇ, ਪਰ ਫਿਰ ਵੀ ਉਸ ਦੀ ਸੀਮਾ ਜਿਹੜੀ ਹੈ ਨਾ ਉੱਥੇ ਨਹੀਂ ਪਹੁੰਚ ਸਕਦੇ ਨੇ। ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ, ਮਤਲਬ ਉਸ ਦੀ ਮਤਲਬ ਲਿਖਣ ਦੀ ਕੋਸ਼ਿਸ਼ ਵੀ ਕਰੇ ਪਰ ਫਿਰ ਵੀ ਇੱਥੇ ਰਾਈਟਰ ਦੀ ਗ੍ਰੇਟਨੈਸ ਬਹੁਤ ਹੈਗੀ, ਪਰ ਫਿਰ ਵੀ ਗੁਰੂ ਜੀ ਕਹਿੰਦੇ ਨੇ ਕਿ ਉਸ ਅਕਾਲ ਪੁਰਖ ਵਰਗਾ ਤਾਂ ਨਹੀਂ। ਮਤਲਬ ਅਸੀਂ ਸਰੀਰ ਵਿੱਚ ਆਤਮਾ ਆਏ ਹਾਂ ਅਤੇ ਆਤਮਾ ਦੀ ਤਰੱਕੀ ਹੁਣ ਅਸੀਂ ਗਿਰ ਚੁੱਕੇ ਹਾਂ। ਜਨਮ ਲੈਂਦਿਆਂ ਅਸੀਂ ਗਿਰ ਚੁੱਕੇ ਹਾਂ ਅਤੇ ਅਸੀਂ ਹੁਣ ਗੁਰੂ ਦੀ ਗੱਲ ਮੰਨਦੇ ਹਾਂ, ਸੁਣਦੇ ਹਾਂ ਅਤੇ ਪੰਚ ਵਿੱਚ ਵੀ ਆ ਜਾਈਏ ਫਿਰ ਵੀ ਅਸੀਂ ਉਸ ਵਰਗਾ ਤਾਂ ਨਹੀਂ ਨਾ। ਉਹ ਜਿਹੜਾ ਹਮੇਸ਼ਾ ਸਦਾ ਹੀ ਨਿਰੰਜਨ ਹੈ, ਸ਼ੁੱਧ ਹੈ, ਪਾਵਨ ਹੈ, ਪਿਆਰ ਦਾ ਸਾਗਰ ਹੈ, ਅਸੀਂ ਉਸ ਵਰਗਾ ਤਾਂ ਨਹੀਂ ਨਾ। ਕਿਉਂਕਿ ਅਸੀਂ ਫਿਰ
ਜਨਮ ਲਵਾਂਗੇ ਫਿਰ ਗਿਰਾਂਗੇ, ਪਰ ਉਹ ਤਾਂ ਜਨਮ ਲੈਂਦਾ ਹੀ ਨਹੀਂ ਨਾ, ਉਹ ਤਾਂ ਸਰੀਰ ਵਿੱਚ ਆਉਂਦਾ ਹੀ ਨਹੀਂ। ਅਤੇ ਇਹ ਗੱਲ ਹੈ ਕਿ ਮਤਲਬ ਜਿੰਨਾ ਮਰਜ਼ੀ ਅਸੀਂ ਪੰਚ ਹੋਏ, ਅਸੀਂ ਉਸ ਦੀ ਦਰਗਾਹ ਵਿੱਚ ਮਾਣ ਪਾਵਾਂਗੇ, ਦੁਨੀਆ ਵਿੱਚ ਮਾਣ ਪਾਵਾਂਗੇ, ਪਰ ਗੁਰੂ ਕਹਿੰਦੇ ਨੇ ਸਿਰਫ ਅਕਾਲ ਪੁਰਖ ਆਪਣੀ ਗੱਲ ਸਾਨੂੰ ਦੱਸ ਸਕਦੇ ਨੇ। ਅਸੀਂ ਅਕਾਲ ਪੁਰਖ ਦੀ ਗੱਲ ਸਿਰਫ ਕੋਸ਼ਿਸ਼ ਕਰਦੇ ਹਾਂ ਅਤੇ ਲਿਖ ਸਕਦੇ ਹਾਂ, ਪਰ ਪੰਚ ਨੂੰ ਵੀ ਪਤਾ ਹੈ ਕਿ ਜੋ ਮੈਂ ਲਿਖ ਰਿਹਾ ਉਹ ਮਤਲਬ ਜਿੰਨਾ ਮੈਂ ਲਿਖ ਸਕਦਾ ਵਾਂ ਉਹ ਕੰਪਲੀਟ ਨਹੀਂ ਹੈਗਾ। ਕੇਤਾ ਤਾਣ ਸਵਾਲੇ ਰੂਪ, ਕੇਤੀ ਦਾੜ ਜਾਣੇ ਕੌਣ ਕੁੱਤ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। How endless is his might, his fascinating beauty, how vast his gifts, for who can access the extent their worth? With one word he created the world, and by his order lakhs of rivers of life flow at every bend, at every turn. ਮਤਲਬ ਉਸ ਦੀ ਵਡਿਆਈ, ਉਸ ਦੀ ਤਾਣ, ਉਸ ਸਵਾਲੇ ਰੂਪ, ਮਤਲਬ ਅਸੀਂ ਉਸ ਦੀ ਸ਼ਕਤੀ ਨੂੰ ਨਹੀਂ ਸਮਝ ਸਕਦੇ, ਉਸ ਦੀ ਖੂਬਸੂਰਤੀ ਨੂੰ ਨਹੀਂ ਸਮਝ ਸਕਦੇ, ਉਸ ਦੀ ਦੇਣ ਜਿਹੜੇ ਦਾਤ ਉਹ ਦਿੰਦੇ ਨੇ ਅਸੀਂ ਜਾਣ ਨਹੀਂ ਸਕਦੇ, ਅਸੀਂ ਉਸ ਦੀ ਕੀਮਤ ਨਹੀਂ ਪਾ ਸਕਦੇ। ਕੌਣ ਕੂਤ ਜਾਣੇ ਕੌਣ ਕੂਤ, ਕੀਮਤ ਨਹੀਂ ਪਾ ਸਕਦੇ, ਦਾਤ ਦੇਣ ਨਹੀਂ ਜਾਣ ਸਕਦੇ। ਅਤੇ ਤਾਣ ਸਵਾਲੇ ਰੂਪ, ਉਸ ਦੀ ਤਾਣ, ਉਸ ਦੀ ਸ਼ਕਤੀ ਅਸੀਂ ਨਹੀਂ ਜਾਣ ਸਕਦੇ। ਕੀਤਾ ਪਸਾਓ ਇੱਕੋ ਕਵਾਓ, ਇੱਕ ਸ਼ਬਦ ਦੇ ਨਾਲ ਉਹਨਾਂ ਨੇ ਧਰਤੀ ਨੂੰ ਬਣਾ ਲਿਆ। ਇਸ ਤਰ੍ਹਾਂ ਗੁਰੂ ਨਾਨਕ ਮਤਲਬ ਕਹਿੰਦੇ ਨੇ ਉਸ ਦੀ ਸ਼ਕਤੀ ਇੰਨੀ ਹੈ ਕਿ ਇੱਕ ਵਾਰੀ ਵਿੱਚ ਪੂਰੀ ਧਰਤੀ ਬਣ ਗਈ ਹੈ, ਪੂਰੀ ਖੇਡ ਬਣ ਗਈ ਹੈ। ਐਂਡ ਉਸ ਦੀ ਰਜ਼ਾ ਵਿੱਚ ਹੀ ਉਸ ਧਰਤੀ ਦੇ ਵਿੱਚ ਇੰਨੇ ਲੱਖ ਰਿਵਰਸ ਫਲੋ ਕਰ ਰਹੇ ਨੇ, ਦਰਿਆ ਫਲੋ ਕਰ ਰਹੇ ਨੇ, ਤਿਸਤੇ ਹੋਏ ਲੱਖ ਦਰਿਆਓ। ਆਓ ਫਿਰ ਆਪਾਂ ਫਿਰ ਇਸ ਪੌੜੀ ਨੂੰ ਅੱਗੋਂ ਨੈਕਸਟ ਪੇਜ 'ਤੇ ਸਮਝਾਂਗੇ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਪੌੜੀ ਇਹ 2-3 ਲਾਈਨਾਂ ਸੁਣ ਕੇ ਮਨ ਨੂੰ ਕਿੰਨਾ ਉਸ ਦੀ ਗਹਿਰਾਈ ਨੂੰ ਸਮਝ ਆਈ ਜਾਂਦੀ, ਕਿਉਂਕਿ ਇਹ ਬਹੁਤ ਈਜ਼ੀ ਲਾਈਨਸ ਨੇ। ਇੱਕ ਵਾਰੀ ਫਿਰ ਉਸ ਨੂੰ ਪੜ੍ਹੇ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆਨ ਮਤਲਬ ਕੁਦਰਤ ਕਵਣ ਕਹਾਂ ਵਿਚਾਰ, ਕਹਾਂ ਮੈਂ ਉਸ ਦੀ ਵਿਚਾਰ ਕਰ ਪਾਵਾਂਗੀ, ਉਸ ਦੀ ਕੁਦਰਤ ਕਿੰਨੀ ਵੱਡੀ ਹੈ ਅਤੇ ਮੈਂ ਉਸ ਦੀ ਖਾਕ ਵਿਚਾਰ ਕਰ ਪਾਵਾਂਗੀ। ਵਾਰਿਆ ਨਾ ਜਾਵਾਂ ਇੱਕ ਵਾਰ, ਮਤਲਬ ਮੈਂ ਉਸ ਦੀ ਗੱਲ ਦੇ ਉੱਤੇ ਵਾਰੀ ਨਾ ਜਾਵਾਂ। ਅਸੀਂ ਇਹ ਪੰਜਾਬੀ ਦੀ ਸਪੈਸ਼ਲ ਲਾਈਨ ਹੈ ਜਿਹੜੇ ਅਸੀਂ ਵਾਰੀ ਨਾ ਜਾਵਾਂ ਕਹਿੰਦੇ ਹਾਂ। ਜਿਵੇਂ ਕਿ ਅਸੀਂ ਸਰਵਾਰਨਾ ਕਰਦੇ ਹਾਂ, ਜਦੋਂ ਕਿਸੇ ਦਾ ਸ਼ਾਦੀ ਹੁੰਦਾ ਅਸੀਂ ਪੈਸਾ ਲੈ ਕੇ ਉਸ ਦੇ ਸਿਰ ਦੇ ਉੱਤੇ ਵਾਰਦੇ ਹਾਂ, ਫਿਰ ਉਸ ਪੈਸਾ ਨੂੰ ਕਿਸੇ ਗਰੀਬ ਨੂੰ ਦੇ ਦਿੰਦੇ ਹਾਂ। ਇੱਥੇ ਸਾਡਾ ਇਹ ਵੇ ਕਿ ਮੇਰੇ ਹੱਥ ਵਿੱਚ 100 ਰੁਪਏ ਜਾਂ 200 ਰੁਪਏ ਜੋ ਵੀ ਹੈ ਉਹ ਤੇਰੇ ਅੱਗੇ ਕੁਛ ਵੀ ਨਹੀਂ, ਇਹ ਵਾਰੀ ਜਾਵਾਂ। ਇੱਥੇ ਗੁਰੂ ਕਹਿੰਦੇ ਨੇ ਕਿ ਅਸੀਂ ਉਸ ਅਕਾਲ ਪੁਰਖ ਦੇ ਵਾਰੀ ਜਾਈਏ, ਕਿ ਮਤਲਬ ਅਸੀਂ ਜਿੰਨਾ ਮਰਜ਼ੀ ਦੇ ਦਈਏ, ਜਿੰਨਾ ਮਰਜ਼ੀ ਅਸੀਂ ਉਸ ਦੀ ਮਤਲਬ ਨਹੀਂ ਉਸ ਦੀ ਵਿਚਾਰ ਕਰ ਸਕਦੇ ਹਾਂ। ਜੋ ਤੁਧ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। Where then can I begin to even understand him? My abilities are so small, I cannot even once be a sacrifice unto him. Whatever you do that pleases you, I know is best for me too. You are the safe and sound, O formless forever one. ਤੂੰ ਜੋ ਤੁਧ ਭਾਵੈ ਸਹੀ ਭਲੀਕਾਰ, ਜੋ ਤੂੰ ਕਰ ਰਿਹਾ ਹੈ ਮੇਰੇ ਭਲੇ ਵਾਸਤੇ ਕਰ ਰਿਹਾ ਹੈ। ਇੱਥੇ ਇਹ ਗੱਲ ਹੈ, ਮਤਲਬ ਸਾਨੂੰ ਇਹ ਗੱਲ ਫਿਰ ਸਮਝ ਆਉਂਦੀ ਜਦ ਪੰਚ ਬਣਾਂਗੇ ਅਤੇ ਉਸ ਦੀ ਗੱਲ ਨੂੰ ਇਹ ਸਮਝ ਪਾਏਗੀ ਕਿ ਜੋ ਉਹ ਕਰ ਰਿਹਾ ਸਾਡੇ ਭਲੇ ਵਾਸਤੇ ਕਰ ਰਿਹਾ। ਜੇ ਅਸੀਂ ਉਸ ਦੀ ਕੁਦਰਤ ਨੂੰ ਜਾਂ ਉਸ ਦੀ ਕਰ ਰਹੇ ਨੇ ਅਸੀਂ ਉਸ ਦੀ ਖਾਮੀਆਂ ਨਿਕਾਲਣ, ਉਸ ਗਲਤੀਆਂ ਨਿਕਾਲਣ, ਫਿਰ ਅਸੀਂ ਅਜੇ ਉਸ ਪੰਚ ਤੱਕ ਨਹੀਂ ਪਹੁੰਚੇ। ਕਿਉਂਕਿ ਜੋ ਸੁਣੇ ਮਣੇ ਅਤੇ ਪੰਚ ਤੱਕ ਪਹੁੰਚ ਜਾਂਦੇ ਨੇ ਉਹ ਫਿਰ ਉਸ ਦੀ ਗੱਲ ਨੂੰ ਸਮਝਦੇ ਨੇ ਕਿ ਜਿਹੜੀ ਗੱਲ ਹੈ ਤੇਰੇ ਭਾਣਾ ਮਿੱਠਾ ਲਾ ਗਏ, ਇਹ ਉਹ ਗੱਲ ਹੈ। ਜੋ ਤੁਧ ਭਾਵੈ ਸਾਈ ਭਲੀਕਾਰ, ਜੋ ਤੂੰ ਕਰ ਰਿਹਾ ਉਹ ਇੱਕਦਮ ਸਹੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਕਿਉਂਕਿ ਤੂੰ
ਉਹ ਹੈ ਜੋ ਸਦਾ ਲਈ ਸਲਾਮਤ ਹੈ। ਤੇ ਤੂੰ ਸਲਾਮਤ ਹੈ, ਫਿਰ ਸਾਨੂੰ ਤੂੰ ਸਲਾਮਤ ਫਿਰ ਕੌਣ ਰੱਖ ਸਕਦਾ? ਜੋ ਆਪ ਖੁਦ ਸਲਾਮਤ ਹੈ ਉਹ ਫਿਰ ਦੂਜਿਆਂ ਨੂੰ ਸੇਫ ਐਂਡ ਸਾਊਂਡ ਰੱਖ ਸਕਦਾ ਹੈ ਨਾ। ਤੇ ਉਹ ਨਿਰੰਕਾਰ ਹੈ। ਇੱਥੇ ਨਿਰੰਕਾਰ ਵੀ ਅਕਾਲ ਪੁਰਖ ਦਾ ਡਿਸਕ੍ਰਿਪਸ਼ਨ ਕੀਤਾ ਹੈ। ਨਿਰੰਕਾਰ ਕਿਉਂ? ਕਿਉਂਕਿ ਉਸ ਦੀ ਹੋਂਦ ਨਹੀਂ ਹੈ। ਅਸੀਂ ਫਿਰ ਵੀ ਸਰੀਰ ਰੂਪ ਵਿੱਚ ਅਸੀਂ ਆਤਮਾ ਆਉਣੀ ਆ ਖੇਡ ਖੇਡਣ, ਉਹ ਅਕਾਲ ਪੁਰਖ ਦੀ ਕੋਈ ਰੂਪ ਹੀ ਨਹੀਂ ਹੈ। ਇਸ ਵਾਸਤੇ ਉਹਨਾਂ ਨੂੰ ਨਿਰੰਕਾਰ ਕਿਹਾ ਗਿਆ, ਕਿਉਂਕਿ ਉਹ ਕਦੀ ਵੀ ਕਿਸੇ ਸਰੀਰ ਦੇ ਵਿੱਚ ਆ ਕੇ ਜਨਮ ਨਹੀਂ ਲੈਂਦੇ। ਇਹ ਪੂਰਾ ਪੌੜੀ ਨੰਬਰ 16 ਕੰਪਲੀਟ ਹੋਇਆ ਹੈ ਕਿ ਇਹ ਪੰਚ ਦੀ ਗੱਲ ਹੋਈ ਹੈ, ਬਹੁਤ ਵੱਡੀ ਗੱਲ ਹੋਈ ਹੈ ਪੰਚ ਦੀ। ਅਤੇ ਪੰਚ ਵਿੱਚ ਸਾਨੂੰ ਆਉਣਾ ਚਾਹੀਦਾ, ਸਾਨੂੰ ਸ਼ੌਂਕ ਹੋਣਾ ਚਾਹੀਦਾ ਕਿ ਅਸੀਂ ਸੁਣੇ ਮਣੇ ਅਤੇ ਪੰਚ ਵਿੱਚ ਅਸੀਂ ਆਈਏ, ਅਤੇ ਪੰਚ ਵਿੱਚ ਆ ਕੇ ਗੁਰੂ ਦੀ ਗੱਲ ਨੂੰ ਪੂਰੀ ਤਰ੍ਹਾਂ ਮਤਲਬ ਅਸੀਂ ਜਾਣ ਚੁੱਕੇ ਹੋਵਾਂਗੇ। ਫਿਰ ਅਸੀਂ ਮਤਲਬ ਸੱਚਿਆਰ ਬਣ ਗਏ ਹੋਵਾਂਗੇ ਅਤੇ ਅਸੀਂ ਉਸ ਦੀ ਭਲਾ ਨੂੰ, ਉਸ ਦੀ ਭਾਣਾ ਨੂੰ ਸਮਝਾਂਗੇ ਕਿ ਜੋ ਤੁਧ ਪਾਵੇ ਸਹੀ ਭਲੀਕਾਰ। ਅਸੀਂ ਥੋੜ੍ਹੇ ਐਗਜ਼ਾਮਪਲਸ ਦੇ ਉੱਤੇ ਗੌਰ ਕਰਾਂਗੇ ਅਤੇ ਸਮਝ ਪਾਵਾਂਗੇ ਕਿ ਅਸੀਂ ਪੰਚ ਜਾਂ ਉਸ ਦੇ ਨੇੜੇ ਆਏ ਹਾਂ ਕਿ ਨਹੀਂ। ਜਿਵੇਂ ਕਿ ਮੇਰਾ ਨੁਕਸਾਨ ਹੋਇਆ ਬਿਜ਼ਨਸ ਵਿੱਚ ਅਚਾਨਕ। ਮੈਂ ਰੋਜ਼ ਗੁਰਦੁਆਰੇ ਜਾਂਦੀ ਹਾਂ, ਮੈਂ ਪਾਠ ਪੜ੍ਹਨੀ ਹਾਂ, ਮੈਂ ਅੰਮ੍ਰਿਤ ਵੇਲਾ ਉੱਠਣੀ ਹਾਂ, ਅਤੇ ਅਚਾਨਕ ਮੇਰਾ ਪੈਸਾ ਕਿਸੇ ਨੇ ਚੋਰੀ ਕੀਤੀ ਜਾਂ ਬਿਜ਼ਨਸ ਵਿੱਚ ਮੇਰਾ ਬਹੁਤ ਹੀ ਨੁਕਸਾਨ ਹੋਇਆ। ਕੀ ਅਸੀਂ ਰੱਬ ਤੋਂ ਡੋਲਾਂਗੇ? ਕਿ ਅਸੀਂ ਉਸ ਨੂੰ ਗੁਨਾਹ ਸਮਝਾਂਗੇ ਕਿ ਉਹ ਕਿਉਂ ਸਾਡੇ ਨਾਲ ਇਹ ਕਰ ਰਹੇ ਨੇ? ਇੱਥੇ ਗੱਲ ਹੈ ਜੋ ਤੁਧ ਪਾਵੇ ਸਹੀ ਭਲੀਕਾਰ, ਮਤਲਬ ਜੋ ਵੀ ਮੇਰੀ ਜ਼ਿੰਦਗੀ ਵਿੱਚ ਹੋ ਰਿਹਾ ਉਹ ਭਲਾ ਵਾਸਤੇ ਹੀ ਹੋ ਰਿਹਾ। ਉਸ ਕੜੀ ਵਿੱਚ ਕਈ ਵਾਰੀ ਅਸੀਂ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ, ਪਰ ਜੇ ਸਾਡੀ ਅਵਸਥਾ ਅੱਛੀ ਹੋਵੇ, ਅਸੀਂ ਰੱਬ ਨੂੰ ਮਿਲਦੇ ਰਹਿੰਦੇ ਹਾਂ ਅਤੇ ਉਸ ਦੀ ਗੱਲਾਂ ਨੂੰ ਸੁਣਦੇ ਰਹਾਂਗੇ ਅਤੇ ਅਸੀਂ ਉਸ ਦੇ ਨਾਲ ਕਨੈਕਟਡ ਰਹਾਂਗੇ, ਫਿਰ ਯਕੀਨਨ ਸਾਨੂੰ ਲੱਗੇਗਾ, ਅਸੀਂ ਜਾਗ ਪਾਵਾਂਗੇ। ਉਹ ਸਾਡੀ ਮਦਦ ਕਰੇਗਾ ਜਾਗਣ ਵਾਸਤੇ, ਅਵੇਅਰ ਅਤੇ ਅਵੇਕ ਹੋਵਾਂਗੇ ਕਿ ਠੀਕ ਹੈ, ਮਤਲਬ ਇੱਕ ਕਰਮ ਦੇ ਅਨੁਸਾਰ ਕੋਈ ਗਲਤ ਹੋ ਹੀ ਨਹੀਂ ਸਕਦਾ, ਕੋਈ ਗਲਤੀ ਹੋ ਹੀ ਨਹੀਂ ਸਕਦਾ। ਰੱਬੀ ਕਾਨੂੰਨ ਜਿਹੜਾ ਹੈ, ਕਰਮ ਦਾ ਕਾਨੂੰਨ ਜਿਹੜਾ ਹੈ, ਉਹ ਕਦੀ ਗਲਤ ਨਹੀਂ ਹੋ ਸਕਦਾ। ਅਤੇ ਇਹਦਾ ਮਤਲਬ ਮੈਂ ਹੀ ਉਸ ਦੀ ਨੁਕਸਾਨ ਕੀਤਾ ਹੋਇਆ ਜਾਂ ਅੱਗੋਂ ਜਾ ਕੇ ਉਹ ਮੈਨੂੰ ਭਰੇਗਾ। ਕੁਛ ਹੈ ਜਿਹੜਾ ਇਹ ਹੋ ਰਿਹਾ ਅਤੇ ਇਹ ਸਹੀ ਹੋ ਰਿਹਾ ਹੈ। ਜੋ ਤੁਧ ਭਾਵੈ ਸਾਈ ਭਲੀਕਾਰ, ਮਤਲਬ ਕਿ ਇੱਥੇ ਇੱਕਦਮ ਵਟ ਐਵਰ ਯੂ ਡੂ ਦੈਟ ਪਲੀਜ਼ਸ ਯੂ, ਆਈ ਨੋ ਇਜ਼ ਬੈਸਟ ਫੋਰ ਮੀ ਟੂ। ਇਹ ਮੇਰੇ ਲਈ ਵੀ ਚੰਗੀ ਗੱਲ ਹੈ। ਜੇ ਜੋ ਤੂੰ ਕਰ ਰਿਹਾ ਉਹ ਮੇਰੇ ਵਾਸਤੇ ਠੀਕ ਹੈ। ਇਹ ਤਾਂ ਪੈਸਾ ਦੀ ਗੱਲ ਸੀ। ਰਿਸ਼ਤੇ ਦੀ ਗੱਲ ਵਿੱਚ ਵੀ ਜੇ ਅਸੀਂ ਰਿਸ਼ਤੇ ਨੂੰ ਦੇਖਾਂਗੇ ਕਿ ਮੇਰੇ ਕੋਈ ਅਜ਼ੀਜ਼ ਦਾ ਮੌਤ ਹੋ ਗਿਆ, ਇਹ ਸਭ ਤੋਂ ਵੱਡੀ ਪਾਵਰ ਟੂ ਫੇਸ ਚਾਹੀਦੀ। ਜਦੋਂ ਆਪਣੇ ਅਜ਼ੀਜ਼ ਦਾ ਮੌਤ ਹੋ ਜਾਂਦੀ ਹੈ ਨਾ, ਫਿਰ ਅਸੀਂ ਸਹਿਣ ਨਹੀਂ ਕਰ ਪਾਉਂਦੇ। ਜਿਵੇਂ ਆਪਣੀ ਮਾਂ ਹੋਏ ਜਾਂ ਆਪਣਾ ਪੁੱਤਰ ਹੋਏ ਜਾਂ ਆਪਣਾ ਦਾਦਾ ਦਾਦੀ ਵੀ ਹੋਏ, ਕੋਈ ਵੀ ਸਾਡੇ ਬੈਸਟ ਫਰੈਂਡ ਹੋਏ, ਅਸੀਂ ਉਸਨੂੰ ਸਹਿਣ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਨਾਲ ਉਹਨਾਂ ਦੇ ਨਾਲ ਬਹੁਤ ਮੋਹ ਹੋ ਜਾਂਦੀ ਹੈ। ਅਸੀਂ ਸਮਝਦੇ ਹਾਂ ਪਿਆਰ ਹੈ, ਪਰ ਪਿਆਰ ਦੀ ਗੱਲ ਵਿੱਚ ਦੁੱਖ ਕਦੀ ਨਹੀਂ ਆਏਗੀ। ਜੇ ਦੁੱਖ ਆਉਂਦੀ ਹੈ ਕਿਸੇ ਰਿਸ਼ਤਾ ਦੇ ਵਿੱਚ, ਇਹਦਾ ਮਤਲਬ ਉਹ ਪਿਆਰ ਨਹੀਂ ਹੈਗਾ, ਕਿਉਂਕਿ ਪਿਆਰ ਦੇ ਵਿੱਚ ਸੁੱਖ ਹੀ ਸੁੱਖ ਹੈ। ਅਤੇ ਇੱਥੇ ਅਸੀਂ ਫਿਰ ਉਸ ਗੱਲ ਨੂੰ ਸਮਝਣੀ ਪੈਗੀ ਕਿ ਜੋ ਤੁਧ ਭਾਵੇ ਸਹੀ ਭਲੀਕਾਰ। ਕਈ ਵਾਰੀ ਇਹੋ ਜਿਹਾ ਹਾਦਸਾ ਹੁੰਦੀ ਹੈ ਜ਼ਿੰਦਗੀ ਵਿੱਚ ਤਾਂ ਕਿ ਅਸੀਂ ਰੱਬ ਵੱਲ ਜਲਦੀ ਜਾਗੀਏ, ਜਲਦੀ ਉੱਠੀਏ, ਜਲਦੀ ਆਈਏ ਅਤੇ ਅਸੀਂ ਆਪਣੀ ਜ਼ਿੰਦਗੀ ਦੀਆਂ ਇਹ ਪਰਿਸਥਿਤੀਆਂ, ਇਹ ਸਿਚੁਏਸ਼ਨਸ ਦੇਖ ਕੇ ਗੌਰ ਕਰਨੀ ਪਏਗੀ। ਇਹ ਗੁਰਬਾਣੀ ਦੀ ਪੰਕਤੀ ਪੜ੍ਹ ਕੇ, ਜਿਵੇਂ ਪੌੜੀ ਨੰਬਰ 16 ਪੜ੍ਹਿਆ, ਮੈਂ ਇਸ ਪੰਕਤੀ ਨੂੰ ਸ਼ਾਇਦ ਰਿਪੀਟ ਕਰਨ ਦੇ ਨਾਲ ਮੈਨੂੰ ਫਿਰ ਫੀਲ ਹੋਏਗਾ ਕਿ ਉਸ ਦੇ ਭਾਣਾ ਵਿੱਚ ਇਹੀ ਚੱਲ ਰਿਹਾ, ਜੋ ਤੁਧ ਭਾਵੈ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਪੰਕਤੀ ਜਦ ਅਸੀਂ ਰਿਪੀਟ ਕਰਾਂਗੇ ਆਪਣੇ ਅੰਦਰ ਅਤੇ ਉਸ ਦੇ ਨਾਲ ਲਿਵ ਲਾਵਾਂਗੇ ਕਿ ਤੂੰ ਹੈ ਮੇਰੇ ਸਾਥ, ਹੋਰ ਕੋਈ
ਮੇਰੇ ਸਾਥ ਹੋ ਹੀ ਨਹੀਂ ਸਕਦਾ। ਅਤੇ ਹਰ ਇੱਕ ਦਾ ਸਰੀਰ ਇੱਕ ਨਾ ਇੱਕ ਦਿਨ 'ਤੇ ਜਾਣਾ ਹੀ ਜਾਣਾ ਹੈ। ਅਤੇ ਕਿਉਂ ਮੈਂ ਇਸ ਦੇ ਨਾਲ ਜੁੜੀ ਹੋਈ ਹਾਂ, ਕਿਉਂ ਮੈਂ ਆਪਣੇ ਸਰੀਰ ਦੇ ਨਾਲ ਕਿਉਂ ਜੁੜੀ ਹੋਈ ਹਾਂ। ਅਤੇ ਅੱਜ ਨਹੀਂ ਗਿਆ ਅਤੇ ਕੱਲ੍ਹ ਜਾਏਗਾ। ਮੈਂ ਜਨਮ ਤੋਂ ਪਹਿਲਾਂ ਮੇਰਾ ਇਹ ਰਿਸ਼ਤੇਦਾਰ ਹੈ ਹੀ ਨਹੀਂ ਸਨ, ਇਸ ਜਨਮ ਤੋਂ ਪਹਿਲਾਂ। ਅਤੇ ਇਸ ਜਨਮ ਵਿੱਚ ਵੀ ਮੈਂ ਇੰਨੇ ਮੋਹ ਪਾ ਬੈਠੀ ਹਾਂ, ਪਰ ਹਾਰ ਕੇ ਅਸੀਂ ਜਾਣੇ ਹੀ ਜਾਣੇ, ਅਸੀਂ ਸਦਾ ਵਾਸਤੇ ਥੋੜ੍ਹਾ ਰਹਿ ਰਹੇ ਹਾਂ। ਅਤੇ ਇੱਕ ਦਿਨ ਅਸੀਂ ਇਸ ਗੱਲ ਨੂੰ ਦੀ ਸਾਹਮਣਾ ਤਾਂ ਕਰਨੀ ਪੈ ਗਈ। ਅਤੇ ਹੁਣ ਕਿਉਂ ਨਹੀਂ। ਇਹੋ ਜਿਹੇ ਖਿਆਲਾਤ ਤਾਂ ਸਾਡੇ ਮਨ ਵਿੱਚ ਆਏਗਾ ਜੇ ਅਸੀਂ ਰੱਬ ਨਾਲ ਜੁੜੇ ਰਹਾਂਗੇ, ਅੰਮ੍ਰਿਤ ਵੇਲਾ ਕਰਦੇ ਰਹਾਂਗੇ, ਗੁਰਬਾਣੀ ਦੀ ਗਹਿਰਾਈ ਨੂੰ ਸਮਝਾਂਗੇ, ਅਕਾਲ ਪੁਰਖ ਦੀ ਡਾਇਰੈਕਟ ਵਚਨ ਨੂੰ ਸੁਣਾਂਗੇ। ਜਿਵੇਂ ਅਸੀਂ ਇੱਥੇ ਬ੍ਰਹਮਾ ਕੁਮਾਰੀਜ਼ ਵਿੱਚ ਰੋਜ਼ ਮੁਰਲੀ ਸੁਣਦੇ, ਮੁਰਲੀ ਵਿੱਚ ਸਾਨੂੰ ਇਹੋ ਜਿਹੇ ਗੱਲਾਂ ਰੋਜ਼ ਸੁਣਾਈ ਦਿੰਦੀ ਹੈ ਕਿ ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਅਤੇ ਸਾਡਾ ਮਕਸਦ ਜ਼ਿੰਦਗੀ ਦਾ ਕੀ ਹੈ। ਮਤਲਬ ਕਿ ਅਤੇ ਆਪਣੀ ਰੂਹਾਨੀ ਸਫ਼ਰ ਨੂੰ ਅਸੀਂ ਕਦੀ ਨਾ ਭੁੱਲੇ, ਕਿਉਂਕਿ ਅਸੀਂ ਆਪਣੀ ਰੂਹਾਨੀਅਤ ਔਰ ਰੂਹਾਨੀ ਯਾਤਰਾ ਜਿਹੜੀ ਅਸੀਂ ਦੁਨੀਆ ਵਿੱਚ ਆ ਕੇ ਕਰ ਰਹੇ ਹਾਂ, ਇਹ ਅਸੀਂ ਭੁੱਲ ਜਾਂਦੇ ਹਾਂ। ਪਈ ਪ੍ਰਾਪਤ ਮਨੁੱਖ ਦੇ ਹੋਰਿਆ, ਗੋਬਿੰਦ ਮਿਲਨ ਕੀਏ ਤੇਰੀ ਭਰਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ, ਨਾਨਕ ਕੇ ਘਰ ਕੇਵਲ ਨਾਮ, ਕੇਵਲ ਨਾਮ ਦੀ ਗੱਲ ਹੈ। ਅਤੇ ਜੇ ਸਾਨੂੰ ਦੁੱਖ ਲੱਗੇ ਕਿਸੇ ਹੋਰ ਸਿਚੁਏਸ਼ਨਸ ਵਿੱਚ ਜਾਂ ਕਿਸੇ ਹੋਰ ਰਿਸ਼ਤਾ ਦੇ ਵਿੱਚ, ਇਹਦਾ ਮਤਲਬ ਅਸੀਂ ਉਹ ਕੇਵਲ ਨਾਮ 'ਤੇ ਨਹੀਂ ਚੱਲ ਰਹੇ ਹਾਂ। ਇਹਦਾ ਮਤਲਬ ਅਸੀਂ ਉਸਦੇ ਜੋ ਤੁਧ ਭਾਵੇ ਸਹੀ ਭਲੀਕਾਰ ਉਹ ਨਹੀਂ ਸਮਝ ਰਹੇ। ਅਤੇ ਹੋਰ ਸਾਨੂੰ ਫਿਰ ਅਕਾਲ ਪੁਰਖ ਦੇ ਨਾਲ ਜੁੜਨਾ ਪਏਗਾ, ਅੰਮ੍ਰਿਤ ਵੇਲਾ ਉੱਠਣਾ ਪਏਗਾ, ਮੂਲ ਮੰਤਰ ਦੇ ਇੱਕ ਵਚਨ ਨੂੰ ਸਮਝਣੀ ਪਏਗੀ, ਜਪਜੀ ਸਾਹਿਬ ਦੀ ਗਹਿਰਾਈ ਨੂੰ ਸਮਝਣੀ ਪਏਗੀ, ਅਤੇ ਵੈਰਾਗ ਵਿੱਚ ਆਉਣੀ ਪੈਗੀ। ਪਰ ਜਿਸ ਨੂੰ ਅਜੇ ਇਹੋ ਜਿਹਾ ਇਸ ਤਰਫ ਜੇ ਅਸੀਂ ਇਹ ਗੱਲਾਂ ਆਪਣੇ ਵਾਸਤੇ ਲਾਗੂ ਹੈ, ਅਸੀਂ ਕਿਸੇ ਹੋਰ ਨੂੰ ਨਹੀਂ ਕਹਿ ਸਕਦੇ ਕਿ ਤੂੰ ਇਸ ਤਰ੍ਹਾਂ ਕਰ, ਐਡਵਾਈਸ ਦੇ ਸਕਦੇ ਹਾਂ, ਪਰ ਉਸਦੇ ਉੱਤੇ ਗੱਲ ਥੋਪ ਨਹੀਂ ਸਕੀਦਾ, ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਹਾਂ, ਉਸਨੂੰ ਰਾਏ ਦੇ ਸਕਦੇ ਹਾਂ ਕਿ ਅਸੀਂ ਪਤਾ ਕੀ ਕਰਨੇ ਹਾਂ। ਜਦੋਂ ਕੋਈ ਹਾਦਸਾ ਹੁੰਦਾ, ਅਸੀਂ ਕਿਸੇ ਨੂੰ ਕਹਿੰਦੇ ਹਾਂ ਤੂੰ ਜਪਜੀ ਸਾਹਿਬ ਦਾ ਪਾਠ ਕਰ, ਅਸੀਂ ਉਸਨੂੰ ਇਹ ਨਹੀਂ ਕਹਿੰਦੇ ਕਿ ਅਕਾਲ ਪੁਰਖ ਨੂੰ ਮਿਲ, ਸਿਮਰਨ ਕਰ, ਜਾਂ ਜਪਜੀ ਸਾਹਿਬ ਦੇ ਮੀਨਿੰਗ ਨੂੰ ਪੜ੍ਹ, ਫਿਰ ਹੋਸ਼ ਆਏਗੀ, ਜਾਗ ਆ ਜਾਏਗੀ। ਅਤੇ ਚਲੋ ਆਪ ਜੀ ਮੇਰੇ ਨਾਲ ਰਲ ਕੇ, ਸ਼ੁਕਰ ਹੈ ਪਰਮਾਤਮਾ ਦੀ, ਸ਼ੁਕਰ ਹੈ ਅਕਾਲ ਪੁਰਖ ਦੀ ਕਿ ਅਸੀਂ ਰਲ ਕੇ ਖੋਜ 'ਤੇ ਕਰ ਰਹੇ ਹਾਂ, ਅਸੀਂ ਰਲ ਕੇ ਉਸ ਅਕਾਲ ਪੁਰਖ ਦੀ ਗੱਲ ਨੂੰ ਸਮਝਦੇ ਰਹੇ ਹਾਂ। ਅਤੇ ਥੈਂਕ ਯੂ ਆਪ ਜੀ ਦਾ ਕਿ ਇਕੱਠਾ ਰਲ ਕੇ ਅਸੀਂ ਇਹ ਸਿਮਰਨ ਅਤੇ ਇਹ ਗਿਆਨ ਦੀ ਵਕਤ ਬਿਤਾ ਰਹੇ ਹਾਂ ਅਕਾਲ ਪੁਰਖ ਵਾਸਤੇ ਦੇ ਨਾਲ, ਅਤੇ ਉਸ ਨੂੰ ਸਮਝਣ ਵਾਸਤੇ। ਥੈਂਕ ਯੂ ਵੈਰੀ ਮਚ। ਫਿਰ ਅਗਲੀ ਕੜੀ ਵਿੱਚ ਮਿਲਾਂਗੇ, ਪੌੜੀ ਨੰਬਰ 17 ਕਰਾਂਗੇ। ਸ਼ੁਕਰੀਆ, ਸਤਿ ਸ੍ਰੀ ਅਕਾਲ, ਓਮ ਸ਼ਾਂਤੀ।